और गगन कह लग करो, जो चतुरंगन सैन। चढ़ दौरे जिस दिशा को, मार करे बिन चैन। चढ़ दौरे जिस दिशा को, मार करे बिन चैन। वाहिगुरु जी का खालसा, वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालिक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो, रसना पवित्र कर दे एक बार। सारे उच्चारण करो जी सतनाम वाहिगुरु जी। ये इतिहास पहले पातशाह जहर पीर जगत गुरु कल तारन आए श्री गुरु नानक देव महाराज जी का है प्रसंग है। सतगुरु जी दूजी उदासी आरंभ करते ने तो उस वक्त हिंदू तीर्थ अस्थाना वाले पासे सतगुरु जी ने प्रस्थान किया। कुरुक्षेत्र तो सतगुरु शुरू होए ने जगन्नाथपुरी तक गए। जगन्नाथपुरी तो बाद सतगुरु समुद्र के कंढे कंढे कुछ समा चले ने। उस तो बाद फिर एक बड़ा भयानक जंगल सी, उत्थे पहुँचते ने। उत्थे कदे हनेरी आउंदी है, कदे कालियां घटावां आउंदियां ने, कदे कोई देव आउंदा है, कोई दैंत आउंदा है,
ਕਦੇ ਉੱਥੇ ਗੜਿਆਂ ਦੀ ਵਰਖਾ ਹੁੰਦੀ ਹੈ। ਇਸ ਸਮੇਂ ਭਾਈ ਮਰਦਾਨਾ ਜੀ ਇੰਨੇ ਪੈ ਪੀਤ ਹੋਏ ਕਿ ਉਹਨਾਂ ਨੇ ਆਪਣਾ ਮੂੰਹ ਢੱਕ ਲਿਆ। ਇਹ ਸਾਡੀ ਸਾਰਿਆਂ ਦੀ ਹਾਲਤ ਹੈ ਸਾਡੀ ਇਹ ਮਨੋਦਸ਼ਾ ਹੈ ਕਿ ਡਰ ਵਿੱਚ ਅਸੀਂ ਅੱਖਾਂ ਬੰਦ ਕਰ ਲੈਂਦੇ ਹਾਂ। ਤੇ ਇਹਦਾ ਅਰਥ ਇਹ ਨਹੀਂ ਹੁੰਦਾ ਕਿ ਡਰ ਖਤਮ ਹੋ ਜਾਂਦਾ ਹੈ ਜਾਂ ਟਲ ਜਾਂਦਾ ਹੈ। ਦੁਰਘਟਨਾ ਫਿਰ ਵੀ ਵਾਪਰ ਜਾਂਦੀ ਹੈ। ਭਾਈ ਮਰਦਾਨੇ ਨੇ ਇੱਥੋਂ ਤੱਕ ਵੀ ਸਤਿਗੁਰਾਂ ਨੂੰ ਆਖਿਆ, ਕਹਿਣ ਲੱਗਾ, ਮਹਾਰਾਜ ਚੰਗੀ ਥਾਂ ਤੇ ਲਿਆਂਦਾ ਜੇ, ਇੱਥੇ ਮਰਾਂਗਾ, ਨਾ ਕਫਨ ਮਿਲੇਗਾ ਨਾ ਕਬਰ ਮਿਲੇਗੀ। ਨਹੀਂ ਤਾਂ ਇਹ ਦੋ ਚੀਜ਼ਾਂ ਤਾਂ ਗਰੀਬ ਤੋਂ ਗਰੀਬ ਨੂੰ ਵੀ ਮਿਲਦੀਆਂ ਨੇ। ਇਹ 2.5 ਗਜ ਧਰਤੀ ਵੀ ਮਿਲ ਜਾਂਦੀ ਹੈ, 2.5 ਮੀਟਰ ਕੱਪੜਾ ਵੀ ਮਿਲ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਡਰ ਨਹੀਂ, ਹਿੰਮਤ ਰੱਖ, ਵੇਖ ਤੇ ਸਹੀ ਕੌਤਕ ਕੀ ਹੁੰਦਾ ਹੈ। ਫਿਰ ਉੱਥੇ ਇੱਕ ਵਿਅਕਤੀ ਆਉਂਦਾ ਹੈ ਜਿਹਦੇ ਮੂੰਹ ਵਿੱਚੋਂ ਅੱਗ ਵਗਦੀ ਹੈ। ਇੱਕ ਹੱਥ ਤੇ ਜੀਭਾ, ਇੱਕ ਹੱਥ ਤੇ ਉਸਨੇ ਆਪਣੀ ਇੰਦਰੀ ਰੱਖੀ ਹੋਈ ਹੈ। ਗੁਰੂ ਜੀ ਨੂੰ ਆ ਕੇ ਉਸਨੇ ਮੱਥਾ ਟੇਕਿਆ ਹੈ ਤੇ ਗੁਰੂ ਜੀ ਕਹਿੰਦੇ ਨੇ ਵੀ ਤੂੰ ਕੌਣ ਹੈ ਭਾਈ? ਕਹਿੰਦਾ ਜੀ ਮੈਂ ਕਲਯੁਗ। ਸਤਿਗੁਰੂ ਕਹਿੰਦੇ ਰੂਪ ਕੀ ਬਣਾਇਆ ਤੂੰ? ਕਹਿਣ ਲੱਗਾ ਜੀ ਇਹ ਰੂਪ ਅੱਜ ਦੇ ਬੰਦੇ ਦਾ ਰੂਪ ਹੈ ਕਿ ਅੱਜ ਦੇ ਬੰਦੇ ਨੇ ਦੋ ਹੀ ਚੀਜ਼ਾਂ ਅੱਗੇ ਰੱਖੀਆਂ ਹੋਈਆਂ ਨੇ, ਜਾਂ ਆਪਣੀ ਜ਼ਬਾਨ ਹੈ ਜਾਂ ਆਪਣੀ ਇੰਦਰੀ ਹੈ। ਸਾਰਾ ਕੁਝ ਇਹਨੇ ਆਪਣੇ ਖਾਣ ਪੀਣ ਤੇ ਐਸ਼ਵਰਜ ਤੇ ਲਗਾ ਦਿੱਤਾ ਹੈ। ਹੋਰ ਇਹਦੀ ਜ਼ਿੰਦਗੀ ਦਾ ਕੋਈ ਮਨੋਰਥ ਨਹੀਂ ਹੈ। ਕਲਯੁਗ ਕਹਿੰਦਾ ਹੈ। ਤੇ ਸਤਿਗੁਰੂ ਕਹਿੰਦੇ ਵੀ ਬਾਦਸ਼ਾਹ ਕੋਲ ਤੇ ਫੌਜ ਹੁੰਦੀ ਹੈ, ਤੇਰੇ ਕੋਲ ਕਿਹੜੀ ਹੈ? ਇਹ ਕਥਾ ਆਪਾਂ ਪਰਸੋਂ ਸੁਣ ਰਹੇ ਸਾਂ ਤੇ ਕੱਲ ਇਹ ਕਥਾ ਹੋਈ ਨਹੀਂ, ਕਿਉਂਕਿ ਕੱਲ ਵੈਸਾਖੀ ਸੀ, ਖਾਲਸੇ ਦਾ ਸਾਜਨਾ ਦਿਵਸ। ਇਹ ਮਹਾਨ ਪੁਰਬ ਸੀ। ਸੋ ਅੱਜ ਇਸ ਲੜੀ ਨਾਲ ਜੁੜੀਏ। ਉਹ ਕਹਿੰਦਾ ਕਿ ਮਹਾਰਾਜ ਮੇਰੇ ਕੋਲ ਜਿਹੜਾ ਝੂਠ ਹੈ ਇਹ ਸਾਰਿਆਂ ਤੋਂ ਵੱਡਾ ਸੂਰਮਾ ਹੈ। ਇਹਨੂੰ ਮੈਂ ਅੱਗੇ ਲਾਇਆ ਹੋਇਆ ਹੈ। ਇਹਦੇ ਹੱਥ ਵਿੱਚ ਝੰਡਾ ਹੈ। ਮੇਰੇ ਰਾਜ ਦਾ ਝੰਡਾ ਝੂਠ ਨੇ ਚੁੱਕਿਆ ਹੋਇਆ ਹੈ। ਪੜ੍ਹਦੇ ਤਾਂ ਆਪਾਂ ਵੀ ਗੁਰਬਾਣੀ 'ਚ ਹੀ ਹੈ ਵੀ ਕੂੜ ਫੇਰੇ ਪ੍ਰਧਾਨ ਵੇ ਲਾ ਲਓ। ਹਰ ਪਾਸੇ ਕੂੜ ਦਾ ਹੀ ਬੋਲਬਾਲਾ ਹੈ। ਫਿਰ ਉਹ ਕਹਿੰਦਾ ਵੀ ਜਿਹੜਾ ਮੋਹ ਹੈ ਇਹ ਬਾਦਸ਼ਾਹ ਦਾ ਨਾਮ ਹੈ, ਜਿਹਨੂੰ ਅੱਗੇ ਮੈਂ ਬਾਦਸ਼ਾਹ ਸਥਾਪਿਤ ਕੀਤਾ। ਫਿਰ ਉਹ ਕਹਿੰਦਾ ਵੀ ਜਿਹੜਾ ਮੇਰਾ ਸੈਨਾਪਤੀ ਹੈ ਉਹ ਹਿੰਸਾ ਹੈ। ਅੱਜ ਤੁਸੀਂ ਵੇਖ ਲਓ, ਭਰਾ ਭਰਾ ਤੇ ਪਤੀ ਪਤਨੀ ਤੇ ਪਤਨੀ ਪਤੀ ਤੇ ਹੱਥ ਚੁੱਕਣ ਲੱਗਿਆਂ ਦੇਰੀ ਨਹੀਂ ਕਰਦੇ। ਕਦੇ ਵਕਤ ਸੀ ਕਿ ਇੱਕ ਗੱਲ ਬਣ ਗਈ ਸੀ ਐਸੀ ਕਿ ਘਰ ਦੀ ਸੁਆਣੀ ਦੁੱਧ ਰਿੜਕਦੀ ਹੈ ਤੇ ਘਰ ਵਾਲੇ ਦਾ ਨਾਂ ਸੀ ਮੱਖਣ ਸਿੰਘ, ਤੇ ਭੁੱਲ ਗਈ ਆਪਣੇ ਕੋਲ ਠੰਡਾ ਪਾਣੀ ਰੱਖਣਾ।
ਤੇ ਜਦੋਂ ਉਹ ਦੁੱਧ ਰਿੜਕਦੀ ਰਿੜਕਦੀ ਇੱਥੇ ਪਹੁੰਚਦੀ ਹੈ ਕਿ ਮੱਖਣ ਆ ਜਾਂਦਾ ਹੈ, ਤੇ ਹੁਣ ਇਹਦਾ ਇੱਕ ਟਿਕਟ ਹੈ, ਇਹਦੀ ਇੱਕ ਜੁਗਤੀ ਹੈ ਕਿ ਉਸ ਵਕਤ ਬਾਹਰੋਂ ਠੰਡਾ ਪਾਣੀ ਉੱਤੋਂ ਪਾਇਆ ਜਾਂਦਾ ਹੈ ਤੇ ਉਹ ਮੱਖਣ ਸਾਰਾ ਇਕੱਠਾ ਹੋ ਜਾਂਦਾ ਹੈ, ਤੇ ਉਹ ਸੁਆਣੀਆਂ ਜਿਹੜੀਆਂ ਨੇ ਉਹ ਪੇੜਾ ਜਿਹਾ ਬਣਾ ਕੇ ਕੱਢ ਲੈਂਦੀਆਂ ਨੇ। ਹੁਣ ਉਹ ਪਾਣੀ ਰੱਖਣਾ ਭੁੱਲ ਗਈ, ਤੇ ਜਦੋਂ ਮੱਖਣ ਆਇਆ ਤਾਂ ਉਹ ਆਪਣੀ ਕੁੜੀ ਨੂੰ ਆਵਾਜ਼ ਮਾਰਦੀ ਹੈ ਵੀ ਕੁੜੀਏ ਪਾਣੀ ਦੇ ਜਾ, ਤੇਰਾ ਪਾਪਾ ਆ ਗਿਆ ਹੈ। ਇੰਨਾ ਸਲੀਕਾ ਸੀ ਜਾਂ ਇੰਨਾ ਅਦਬ ਸੀ ਕਿ ਘਰ ਵਾਲੇ ਦਾ ਨਾਂ ਨਹੀਂ ਸੀ ਲੈਂਦੀ। ਹੁਣ ਜੇ ਉਹ ਕਹਿੰਦੀ ਵੀ ਕੁੜੀਏ ਪਾਣੀ ਦੇ, ਮੱਖਣ ਆ ਗਿਆ, ਤੇ ਮੱਖਣ ਉਹਦੇ ਘਰ ਵਾਲੇ ਦਾ ਨਾਂ ਸੀ। ਹੁਣ ਤੁਸੀਂ ਵੇਖਿਆ ਹੋਣਾ ਘਰ ਵਾਲੀਆਂ ਆਪਣੇ ਘਰ ਵਾਲੇ ਨੂੰ C2 B2 T2, ਔਰ ਉਹ ਵੀ ਬੜਾ ਸ਼ਾਨ ਮਹਿਸੂਸ ਕਰਦਾ ਹੈ। ਵੈਸੇ ਗੋਰਿਆਂ ਦਾ ਕਲਚਰ ਹੈ, ਗੋਰਿਆਂ 'ਚ ਬਾਈ ਨੇਮ ਬੁਲਾਓ ਤੇ ਬੜੀ ਰਿਸਪੈਕਟ ਸਮਝਦੇ ਨੇ, ਇਹ ਹਕੀਕਤ ਹੈ। ਗੋਰਿਆਂ ਦੇ ਵਿੱਚ ਤੁਸੀਂ ਕਿਸੇ ਨੂੰ ਹੈਲੋ ਮਿਸਟਰ ਕਹੋ ਨਾ, ਤੋ ਸਮਝਦੇ ਨੇ ਵੀ ਇਹ ਬੰਦਾ ਇਹਦਾ ਵਾਕਬ ਨਹੀਂ ਹੈਗਾ। ਤੇ ਜੋ ਤੁਸੀਂ ਕਹੋ ਮਿਸਟਰ ਡੇਵਿਡ, ਤੋ ਫਖਰ ਮਹਿਸੂਸ ਕਰਦਾ ਵੀ ਇਹ ਬਾਈ ਨੇਮ ਮੈਨੂੰ ਜਾਣਦਾ ਹੈ। ਔਰ ਸਾਡੀ ਹਾਲਤ ਵੀ ਇਹ ਹੋ ਗਈ, ਬੀਬੀਆਂ ਨੂੰ ਇਹ ਲੱਗਦਾ ਵੀ ਬਾਈ ਨੇਮ ਬੁਲਾਏਗਾ ਤੇ ਮੇਰੀ ਇੱਜ਼ਤ ਹੋਏਗੀ, ਵੀ ਉਹਦਾ ਪਤਾ ਨਹੀਂ ਲੋਕਾਂ ਨੂੰ ਪਤਾ ਲੱਗੇ ਨਾ ਲੱਗੇ ਵੀ ਮੈਂ ਇਹਦੇ ਘਰ ਵਾਲਾ ਆ। ਮਤਲਬ ਆਪਣੇ ਆਪ ਦੀ ਇੰਨੀ, ਉਹ ਜਿਹਨੂੰ ਕੌਨਫੀਡੈਂਸ ਕਹਿੰਦੇ ਆ, ਆਪਣੇ ਆਪ ਦੇ ਉੱਤੇ ਜਿਹੜਾ ਇੱਕ ਬੰਦੇ ਨੂੰ ਸਵੈਮਾਨ ਹੁੰਦਾ, ਹੁਣ ਅਸੀਂ ਉਹ ਵੀ ਗਵਾ ਲਿਆ ਆਪਣਾ। ਇਹ ਕਲਯੁਗ ਕੀ ਕਹਿੰਦਾ ਹੈ? ਕਹਿੰਦਾ ਜੀ ਜਿਹੜਾ ਮੇਰਾ ਸੈਨਾਪਤੀ ਉਹ ਹਿੰਸਾ ਹੈ। ਅੱਜ ਤੁਸੀਂ ਵੇਖ ਲਓ, ਸਕੂਟਰ ਖੜਾ ਕਰਨ ਤੋਂ, ਇੱਕ ਦੂਜੇ ਦੇ ਕੋਲੋਂ ਲੰਘਣ ਤੋਂ, ਤੂੰ ਮੈਨੂੰ ਸਾਈਡ ਮਾਰ ਕੇ ਲੰਘਿਆ, ਗੱਡੀ ਖੜੀ ਕਰਨ ਤੋਂ, ਪਾਰਕਿੰਗ ਤੋਂ ਰੋਜ਼ ਗੋਲੀ ਚੱਲਦੀ ਹੈ, ਮਰਡਰ ਹੋ ਜਾਂਦੇ ਨੇ। ਪਾਰਕਿੰਗ ਸਰਕਾਰ ਦੀ ਹੈ, ਗੋਲੀ ਸਾਡੀ ਪ੍ਰਾਈਵੇਟ ਚੱਲੀ ਜਾਂਦੀ ਉੱਥੇ। ਕੋਈ ਕਿਸੇ ਦੀ ਗੱਲ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੈ। ਹਰ ਬੰਦਾ ਇਸੇ ਗੱਲ ਤੇ ਵੀ ਨਹੀਂ, ਜੋ ਮੈਂ ਕਹਿ ਰਿਹਾ ਉਹ ਠੀਕ ਹੈ। ਅੱਛਾ, ਜੇ ਤੁਸੀਂ ਉਹਨੂੰ ਜਵਾਬ ਦਿਓ, ਫਿਰ ਅਗਲੇ ਕਹਿੰਦੇ ਗਿਆਨੀ ਜੀ ਤੁਹਾਡੇ 'ਚ ਨਿਮਰਤਾ ਨਹੀਂ ਹੈਗੀ। ਹੁਣ ਨਿਮਰਤਾ ਦਾ ਮਤਲਬ ਇਹ ਹੈ ਕਿ ਤੁਸੀਂ ਅਗਲੇ ਨੂੰ ਇਹ ਨਾ ਕਹੋ ਕਿ ਇਹ ਗੱਲ ਤੁਹਾਡੀ ਠੀਕ ਨਹੀਂ ਹੈਗੀ, ਕਿਉਂਕਿ ਸਾਡਾ ਸੁਭਾਅ ਇਹ ਬਣ ਗਿਆ ਵੀ ਮੈਂ ਭਾਵੇਂ ਹੰਕਾਰ ਵਿੱਚ ਬੋਲਾਂ, ਅਗਲੇ ਨੂੰ ਮੇਰੀ ਗੱਲ ਸਤਿਕਾਰ ਨਾਲ ਸੁਣਨੀ ਚਾਹੀਦੀ ਹੈ। ਇਹ ਅਸੀਂ ਆਪਣਾ ਇਦਾਂ ਦਾ ਟੈਂਪਰ ਜਿਹੜਾ ਉਹ ਬਣਾ ਲਿਆ। ਕਲਯੁਗ ਕਹਿੰਦਾ ਵੀ ਮੇਰਾ ਸੈਨਾਪਤੀ ਜਿਹੜਾ ਹੈ ਉਹ ਹਿੰਸਾ ਹੈ। ਇਸ ਕਰਕੇ ਕਾਮ, ਕ੍ਰੋਧ, ਲੋਭ ਤੇ ਹੰਕਾਰ, ਇਹ ਮੇਰੇ ਯੋਧੇ ਨੇ ਜਿਹੜੇ ਘੋੜਿਆਂ ਤੇ ਚੜੇ ਹੋਏ ਨੇ, ਹਾਥੀਆਂ ਤੇ ਬੈਠੇ ਹੋਏ ਨੇ। ਫਿਰ ਈਰਖਾ, ਨਿੰਦਾ, ਠੱਗੀ ਠੋਰੀ, ਤ੍ਰਿਸ਼ਨਾ, ਇਹ ਮੇਰੀ ਰੱਥਾਂ ਦੀ ਫੌਜ ਹੈ। ਆਲਸ, ਜੂਆ, ਸ਼ਰਾਬ ਪੀਣੀ, ਦੁਰਾਚਾਰੀ, ਇਹ ਮੇਰੀ ਘੋੜਿਆਂ ਵਾਲੀ ਫੌਜ ਹੈ। ਫਿਰ ਮਮਤਾ, ਵਿਸ਼ਿਆਂ ਦੀ ਗੱਲ, ਇਸ਼ਾਵਾਂ ਦੀ ਗੱਲ, ਚੋਰੀ, ਕਹਿੰਦਾ ਇਹ ਮੇਰੀ ਪੈਦਲ ਸੈਨਾ ਹੈ। ਇਹ ਤਾਂ ਘਰ ਘਰ ਹੀ ਤੁਰੀ ਫਿਰਦੀ ਹੈ। ਇਹ ਆਮ ਗੱਲ ਹੈ, ਚੋਰੀ ਕਰ ਲੈਣੀ, ਆਲਸੀ ਹੋਏ ਰਹਿਣਾ, ਜੂਆ ਖੇਡਣਾ। ਤੁਸੀਂ ਵੇਖ ਲਓ ਹਰ ਮੋੜ ਤੇ ਬੰਦੇ ਚਾਰ ਤਾਸ਼ ਖੇਡਣ ਵਾਲੇ ਬੈਠੇ ਨੇ। ਉਹ ਕਹਿੰਦੇ ਵੀ ਮੇਰੀ ਫੌਜ ਹੈ। ਹਾਂਜੀ। ਔਰ ਗਗਨ ਕਹਿ ਲਗ ਕਰੋ, ਜੋ ਚਤੁਰੰਗਨ ਸੈਨ। ਫਿਰ ਮਮਤਾ, ਵਿਸ਼ੇ, ਆਸ਼ਾ, ਇਹ ਸਾਰਾ ਕੁਝ ਗਿਣਨ ਤੋਂ ਬਾਅਦ ਕੀ ਕਹਿੰਦਾ ਹੈ? ਕਹਿੰਦਾ ਮੈਂ ਹੋਰ ਦੱਸੋ ਕਿਹੜੀ ਕਿਹੜੀ ਫੌਜ ਗਿਣ ਕੇ ਦੱਸਾਂ? ਇਹ ਤੇ ਚਾਰ ਵੱਡੀਆਂ ਫੌਜਾਂ ਦਾ ਜ਼ਿਕਰ ਕੀਤਾ, ਛੋਟੀਆਂ ਦਾ ਤੇ ਛੱਡੋ ਨਾ ਤੁਸੀਂ। ਫੌਜ ਤੇ ਮੇਰੀ ਕਲਯੁਗ ਕਹਿੰਦਾ ਘਰ ਘਰ ਤੁਰੀ ਫਿਰਦੀ ਹੈ। ਹਾਂਜੀ।
चढ़ दौड़ह जिस दिशा को मार करी बिन चैन। ਇਹ ਕਲਯੁਗ ਕਹਿੰਦਾ ਹੈ ਜਿਹੜੀ ਮੇਰੀ ਫੌਜ ਹੈ ਜਿੱਧਰ ਨੂੰ ਚੜ੍ਹਾਈ ਕਰਦੀ ਅੱਗੇ ਬਚਦਾ ਕੁਛ ਨਹੀਂ ਹੈ। ਹੁਣ ਵੇਖੋ ਨਾ, ਜਿਸ ਘਰ ਵਿੱਚ ਹਿੰਸਾ ਹੈ, ਭਰਾ ਭਰਾ ਦੇ ਗਲ ਪਈ ਜਾਂਦਾ ਹੈ, ਪਤੀ ਪਤਨੀ ਇੱਕ ਦੂਜੇ ਦੇ ਗਲ ਪਈ ਜਾਂਦੇ ਨੇ, ਇਹ ਸਾਰੀਆਂ ਥਾਵਾਂ ਤੇ ਬੀਬੀਆਂ ਕੁੱਟ ਨਹੀਂ ਜੇ ਖਾਂਦੀਆਂ, ਭੁਲੇਖੇ 'ਚ ਨਾ ਰਹਿਣਾ। ਕਈ ਜਗ੍ਹਾ ਤੇ ਮੇਰੇ ਵਰਖਿਆਂ ਤੋਂ ਝਾੜੂ ਮਰਵਾਉਂਦੀਆਂ ਨੇ, तो बंदा डरदा ही झाड़ू मारी जाता है। तो ये जिहड़ी हिंसा घर घर विच, झूठ घर घर विच, चोरी घर घर विच, अज जदों साडे मुल्क दे विच करंसी चेंज होई है, बड़े बड़े वड्डे लोकां दे पाज उगड़े, कईयां दे घर तां डाइवोर्स तक चले गए, क्योंकि बंदा रोज़ कहंदा सी घर वाली नूं भी मैनू पैसों की लोड़ है, जे तू किते सज्जे खब्बे रखे ने तो मैनू दे दे, लै ली वापस। वो कहती ना ना ना, मेरे को कितों आए। तो जो नोटबंदी हो गई, मुड़ के 20-20 लाख कढ़ के माइयां तुरियां फिरन भी ये तो मिट्टी हो जाणगे। किसी ने मां नू फड़ाए सी, किसी ने सराणे च फसाए सी। हुण वो समझ चला गया, जदों कोई एक दूजे तो चोरी नहीं सी करता, लोग झूठ बोलते ही नहीं सी हुंदे। मैं तो इत्थे बैठ के रोज़ बेनती करदा भी मैनू नहीं समझ आई भी सुहापण गोरियां कोल है, सियाणप गोरियां कोल है, राज भाग गोरियां कोल है, तो साडे कोले की है? सब तो वध टल मंदिर दे असीं खड़काउने आ, सब तो वध गुरुद्वारियां विच भजन बंदगी असीं करदे, वो तो चर्च भी जाण ते ऐतवार बीयर पी के भी चले जाते हैं। साडे शराब पी के आ जाए तो उदे छिल मुछ दईदा। पर ये तीनों चीज़ां रब ने उन्होंने क्यों दित्तियां ने? कदे कोई तुहाडा बंदा, कोई रिश्तेदार बाहर रहिंदा होवे, उहनूं पुछिओ भी की कदे उन्होंने अपने घर च कोई बीज बीजिया, अमरूद लाया होवे, सेब लाया होवे, मिर्चां लाइयां होण, टमाटर लाए होण। अमेरिका च एक बूटे नूं इन्ने टमाटर लगते हैं कि अखीर बंदे नूं गुरुद्वारे दे के आने पैंदे ने। इन्नी जर खेज धरती है उत्थे। एक मिर्चां दा बूटा घर च ला लो तुसी, सारी गली नूं भावें मिर्चां वंड दिओ, हरियां मुकदियां ही नहीं। इन्ना फल लगदा है पौदियां नूं, बूटियां नूं। पर गल बड़ी क्लीयर है, झूठ नहीं बोलते हो, हेरा फेरी नहीं करते, साडे बंदे करते ने। तुसी गोरे कोल ड्यूटी करो, जे उत्थे गौरमेंट का ला है कि तुहानूं $10 पर आवर मिलणगे तो 10 ही मिलणगे, साडा बंदा 8.5 देगा, गोरा नहीं करेगा। वो ओवर टाइम के भी पैसे देगा, एक्स्ट्रा टाइम के भी पैसे देगा, छुट्टियां भी बराबर देगा। तो साडे बंदे सारे ही घाला माला मारी जाते हैं। वो तो कही जाणगे जी असीं गुरुद्वारे आटा दे के आने ऐतवार, जिहड़ा तेरा गरीब तेरी मिट्टी चुकदा है, जे इहनूं आटा पूरा दे देवे तो गुरुद्वारे देण दी की लोड़ है? अमूमन असीं दान लोकां दा हक मार के करदे, उहदे च अपना हिस्सा नहीं हुंदा। मैं अपने नाल हड्ड बीती बड़ी बारी जिक्र कीता भी मैं जिथे सब तो पहला प्रचारक लग्या तो मैं डोर टू डोर जाके कलैक्शन करता सी, जिवें बोधी भिक्षु करदे ने, मैं खुद करता सी। एक एक दरवाजे ते जाके पर्ची किन्नी हुंदी सी? 5 रुपये आम। जे कोई 11 दिंदा सी तो बड़ी वड्डी गल सी। ये गल मैं तुहानूं सुना रहा। 87, 88, 99, 90 21 रुपये दिंदा सी ते ध्यान रखीदा सी भी अगले महीने किते बंद ना कर देवे। एक बंदा 100 रुपया दिंदा सी, पूरे शहर च मेरे ख्याल 5 बंदे होणगे, ते उहदे कोल 100 रुपया लैण जाण लई मैनूं 10-15 मिनट साइकिल चलाउणा पैंदा सी। अखीर उन्हें बंद करते। एक्सीਅਨ सी वो जिहड़ी हरियाणे नूं पानी का झगड़ा चलदा ना नहर दा,
उस नहर का वो इंजीनियर सी, हुण ये नहीं पता जेई सी या एससी सी। जदों ने पैसे बंद करते तो मैं वो एक दो दोस्तों को कहा, मैं कहा भी ये 100 रुपया सेवा भेजते सी बच्चों की पढ़ाई वास्ते, तो तुसीं इन्हां नूं कहो भी दे दिया करन, जे कोई मेरे तो गलती हुई मैं माफ़ी मंग लेना। यही हो सकता भी कई बार मंगण वाले का की होंदा, उन्हें तो घंटी मार ही देनी है, तो देण वाला सुता होवे तो उन्हें गुस्सा चढ़ जाता भी मेरे सुते नूं क्यों उठाया। तुसीं यकीन करना उस बंदे ने जिहड़ी गल आखी, कहंदा ज्ञानी जी शायद पता नहीं उन्होंने YLC कहते नहर नूं की ना उहदा, कहंदा नहर का काम चलदा सी, पैसे आउंदे सी, 100 तुहानूं भी दे दीदा सी। कहंदा हुण नहर का काम बंद हो गया, पैसे आउणों बंद हो गए, तुहाडे भी बंद हो गए, तनख्वाह चों ते दान हो नहीं सकता। ये मेरे मूँह ते मेरे सामने उस बंदे ने गल कही। कहंदा नहर का काम चलदा सी, ठेकेदार पैसे दिंदे सी, 100 विचों तुहानूं दे दीदा सी, काम बंद हो गया, उत्तों पैसे आउणों हट गए, तनख्वाह चों ते दान नहीं हो सकता। आपां कित्थे खलोते हैं? कल जो कहंदा जी मैं घर घर विच रहना, तो जिस पासे मेरी फौज चढ़ती है ना, कहंदा उत्थे बचदा कुछ नहीं है। इस पूरी कथा का अर्थ यह है कि कलयुग की है। कलयुग असल में एक तुहाडी मनोदशा है। तुसी अज फैसला कर लो भी मैं सच बोलना है, मैं बेईमानी नहीं करनी, मैं किसी का हक नहीं मारना, मैं किसी नाल धोखा ठगी नहीं करनी, मैं किसी की निंदिया चुगली नहीं करनी। तुसी अज ही सतयुगी हो। तो जे आपां हर हेरा फेरी करनी है तो फिर समझ लेना भी कलयुग टाइम नहीं है, कलयुग तो बंदा खुद आप ही है। कलयुग ने सच्चे पातशाह नूं दसिया, कहन लगा चढ़ दौड़ें जिस दिशा को मार करें बिन चैन। कहंदा जी जिधर मेरी फौज चढ़ती अगले बने बचदा कुछ नहीं है, सब लोगों की सुख शांति मैं खो लैना। साडे बजुर्ग कहते हुंदे सी, कहंदे पुत्र कला कलंदर वसे, घड़ियों पानी नसे। जिस घर में झगड़ा है उस घर दे विच की होएगा? कुछ भी नहीं होएगा, बेक इतफाकी है, रिजिक भी घरों भज जाएगा। तो कल जो कहंदा जी यही मेरा रूप है। हाँ जी, इन आगे नह थिर हवै को, कोट मदे विरले को हो। ਇਹਦੇ ਅੱਗੇ ਕੋਈ ਵਿਰਲਾ ਹੀ ਟਿਕੇਗਾ। ਝੂਠ ਦੇ ਅੱਗੇ ਕੌਣ ਟਿਕੇਗਾ? ਨਿੰਦਿਆ ਦੇ ਅੱਗੇ ਕੌਣ ਟਿਕੇਗਾ? ਹੇਰਾ ਫੇਰੀ ਦੇ ਅੱਗੇ ਕੌਣ ਟਿਕੇਗਾ? ਤੇ ਬੇਈਮਾਨ ਮੁਲਾਜ਼ਮਾਂ ਵਿੱਚ ਇੱਕ ਇਮਾਨਦਾਰ ਅਫਸਰ ਆ ਜਾਵੇ, ਰੋਲ ਦਿੱਤਾ ਜਾਏਗਾ, ਉਹਦੀ ਜ਼ਿੰਦਗੀ ਹਰਾਮ ਕਰ ਦਿੱਤੀ ਜਾਏਗੀ, ਉਹਦੇ ਤੇ ਇੰਨੇ ਐਲੀਗੇਸ਼ਨ ਲਾ ਦਿੱਤੇ ਜਾਣਗੇ, ਉਹ ਬੰਦਾ शायद अपनी जिंदगी तो भी हथ धो पवे, वो बंदा शायद अपनी जिंदगी तो भी हथ धो पवे, क्योंकि हर पासे इस चीज़ का वरतार है। वो कहता जी कोई विरला टिकता है मेरे अगे, कोट मदे विरला को हो, कोई करोड़ों चो कोई विरला होएगा जिहड़ा मेरे अगे अड़ेगा। हाँ जी, जग मह करी लथेर पथेरा, किस हूँ मह धीरज नह हेरा। कहता जी लथेर पथेर कीती हुई है मैं दुनिया की, धीरज हौसला किसी कोल नहीं है। अगर अज साडे कोल एक शब्द नहीं है तो उन्होंने अंग्रेजी च कहते हैं पेशेंस नहीं है साडे कोल। कोई बंदा वेट करने लिए तैयार नहीं है। कल परसों एक बंदा आ गया, मैं सवेरे ताबिया बैठा सी, कहता जी बड़ी जरूरी गल हुणे करनी है। मैं उठ्या ताबिया तो गल की, वो कहता जी इन्हां दा कोई जमीन का झगड़ा है, इन्हां दी मदद कर दिओ। मैं कहा चलो जी ठीक है, की कवां उन्होंने मैं।
9:15 ਵਜੇ ਜਦੋਂ ਮੈਂ ਉੱਠਿਆ, ਮੈਂ ਉਹਨੂੰ ਬੰਦੇ ਨੂੰ ਬੁਲਾਇਆ। ਮੈਂ ਕਿਹਾ ਦੱਸ ਕੀ ਝਗੜਾ ਹੈ? ਕਹਿੰਦਾ ਜ਼ਮੀਨ ਦਾ। ਮੈਂ ਕਿੱਥੇ ਹੈ? ਕਹਿੰਦਾ ਪਿੰਡ ਦਾ ਤੇ ਮੈਨੂੰ ਪਤਾ ਨਹੀਂ। ਜ਼ਮੀਨ ਕਿਹਦੀ ਹੈ? ਕਹਿੰਦਾ ਉਹ ਮੇਰੇ ਪਾਪਾ ਨੂੰ ਪਤਾ ਹੈ। ਮੈਂ ਕਿਹਾ ਹੈ ਕਿਹਦੇ ਨਾਲ ਹੈ? ਕਹਿੰਦਾ ਮੈਨੂੰ ਇਹ ਵੀ ਨਹੀਂ ਪਤਾ। ਮੈਨੂੰ ਤਾਬਿਆਂ ਤੋਂ ਉਠਾ ਲਿਆ ਉਹਨੇ ਵੀ ਬੜੀ ਜ਼ਰੂਰੀ ਗੱਲ ਕਰਨੀ ਹੈ। ਨਾ ਉਹਨੂੰ ਇਹ ਪਤਾ ਹੈ ਵੀ ਜ਼ਮੀਨ ਦਾ ਝਗੜਾ ਕਿਹੜੇ ਪਿੰਡ 'ਚ ਹੈ, ਨਾ ਉਹਨੂੰ ਇਹ ਪਤਾ ਵੀ ਉਹ ਝਗੜਾ ਹੈ ਕੀ ਹੈ, ਨਾ ਉਹਨੂੰ ਇਹ ਪਤਾ ਵੀ ਝਗੜਾ ਹੈ ਕਿਹਦੇ ਨਾਲ ਹੈ। ਬੜੀ ਜ਼ਰੂਰੀ ਗੱਲ ਕਰਨੀ ਹੈ। ਆਹ ਹਾਲਤ ਹੈ ਲੋਕਾਂ ਦੀ, ਹੌਸਲਾ ਹੈ ਹੀ ਨਹੀਂ। ਹਰ ਬੰਦਾ ਕਹਿੰਦਾ ਜੀ ਮੇਰੀ ਗੱਲ ਪਹਿਲਾਂ ਸੁਣੋ ਤੁਸੀਂ। ਕੱਲ ਜੋ ਕਹਿੰਦਾ ਇਹ ਵੀ ਮੇਰੀ ਨਿਸ਼ਾਨੀ ਹੈ। ਕੱਲ ਜੋ ਕਹਿੰਦਾ ਇਹ ਵੀ ਮੇਰੀ ਨਿਸ਼ਾਨੀ ਹੈ ਕਿ ਮੈਂ ਕਿਸੇ ਦੇ ਕੋਲ ਧੀਰਜ ਨਹੀਂ ਰਹਿਣ ਦਿੱਤਾ, ਮੈਂ ਕਿਸੇ ਦੇ ਘਰ 'ਚ ਸ਼ਾਂਤੀ ਨਹੀਂ ਰਹਿਣ ਦਿੱਤੀ, ਮੈਂ ਹਰ ਘਰ ਵਿੱਚ ਹਿੰਸਾ ਖੜੀ ਕਰ ਦਿੱਤੀ ਹੈ। ਕੁਝ ਹੋਰ ਨਹੀਂ ਤੇ ਨੌਕਰੀ ਮਾਲਕ ਨੂੰ ਮਾਰੀ ਜਾਂਦੇ ਨੇ। ਕਦੇ ਇਦਾਂ ਵੀ ਹੁੰਦਾ ਸੀ। ਨੌਕਰ ਦੇ ਵਾਸਤੇ ਮਾਲਕ ਭਗਵਾਨ ਹੁੰਦਾ ਸੀ। ਉਹ ਭਗਵਾਨ ਸਮਝ ਕੇ ਪੂਜਾ ਕਰਦਾ ਸੀ। ਅੱਜ ਜਿੰਨਾ ਖਤਰਾ ਤੁਸੀਂ ਵੇਖ ਲਓ, ਵੱਡੇ ਘਰਾਂ 'ਚ ਜੋ ਵਾਰਦਾਤਾਂ ਵਾਪਰਦੀਆਂ ਨੇ, ਕਿਤੇ ਨਾ ਕਿਤੇ ਲੈ ਦੇ ਕੇ ਘਰ ਦਾ ਨੌਕਰੀ ਉਹਦੇ ਵਿੱਚ ਸ਼ਾਮਲ ਹੁੰਦਾ ਹੈ। ਭਾਵੇਂ ਨੌਕਰੀ ਛੱਡ ਗਿਆ ਹੋਵੇ ਉਹ ਹੋਵੇ, ਤੇ ਭਾਵੇਂ ਜਿਹੜਾ ਨੌਕਰੀ ਕਰ ਰਿਹਾ ਹੋਵੇ ਨਵਾਂ ਆਇਆ ਉਹ ਹੋਵੇ। ਕੱਲ ਜੋ ਕਹਿੰਦਾ ਇਹ ਵੀ ਮੇਰੀ ਨਿਸ਼ਾਨੀ ਹੈ। ਹਾਂਜੀ। ਕੋਟਮ ਵਾਸੀ ਸਭ ਚੜ ਮਾਰੇ, ਕੋ ਨਹਿ ਠਾਂਡ ਪਇਓ ਸਭ ਹਾਰੇ। ਕਹਿੰਦਾ ਵੱਡੇ ਵੱਡੇ ਕਿਲਿਆਂ ਦੇ ਮਾਲਕ ਮੈਂ ਖਤਮ ਕਰ ਦਿੱਤੇ ਨੇ। ਜਿਹੜੇ ਕਹਿੰਦੇ ਸੀ ਸਾਡੇ ਤੇ ਕਾਮ ਦਾ ਅਸਰ ਨਹੀਂ ਹੁੰਦਾ ਜੀ, ਕ੍ਰੋਧ ਦਾ ਅਸਰ ਨਹੀਂ ਹੁੰਦਾ ਜੀ, ਲੋਭ ਦਾ ਅਸਰ ਨਹੀਂ ਹੁੰਦਾ ਜੀ, ਮੈਨੂੰ ਕਿਸੇ ਦੀ ਨਿੰਦਿਆ ਚੁਗਲੀ ਨਾਲ ਫਰਕ ਨਹੀਂ ਪੈਂਦਾ ਜੀ, ਕਹਿੰਦਾ ਸਭ ਕਿਲੇ ਤੋੜ ਦਿੱਤੇ ਨੇ। ਕੱਲ ਜੋ ਕਹਿੰਦਾ ਮੇਰੀ ਨਿਸ਼ਾਨੀ ਹੈ ਕਿ ਕੋਟ ਮਵਾਸੀ ਸਭ ਚੜ ਮਾਰੇ, ਕੋ ਨਹਿ ਠਾਂਡ ਭਇਓ ਸਭ ਹਾਰੇ। ਮੇਰੇ ਅੱਗੇ ਹਰ ਵਿਅਕਤੀ ਹਾਰ ਗਿਆ। ਮੈਂ ਬਾਦਸ਼ਾਹ ਹਾਂ। ਇਹ ਕਲਯੁਗ ਕਹਿੰਦਾ ਇਹ ਮੇਰਾ ਰਾਜ ਹੈ, ਇਹ ਸਮਾਂ ਮੇਰਾ ਚੱਲ ਰਿਹਾ ਹੈ। ਹਾਂਜੀ। ਦੰਭ ਨਾਮ ਜੋ ਮੇਰੋ ਜੋਦਾ, ਕਰੀ ਦਿਗ ਵਿਜੈ ਰਿਦ ਧਰ ਕ੍ਰੋਧਾ। ਮੇਰਾ ਇੱਕ ਯੋਧਾ, ਉਹਦਾ ਨਾਂ ਹੈ ਦੰਭ, ਪਖੰਡ। ਤੇ ਕਹਿੰਦਾ ਉਹਦਾ ਵੀ ਅੱਜ ਕੱਲ ਬੋਲ ਬਾਲਾ ਹੈ, ਜਿੱਡਾ ਪਖੰਡੀ ਹੋਏਗਾ ਓਡਾ ਕ੍ਰੋਧੀ ਵੀ ਹੋਏਗਾ। ਜਿਹੜੇ ਪਖੰਡੀ ਲੋਕ ਨੇ, ਤੁਸੀਂ ਉਹਨਾਂ ਨੂੰ ਕਹੋ ਵੀ ਬਾਬਾ ਜੀ ਤੁਸੀਂ ਪਖੰਡੀ ਹੋ, ਉਹ ਬੱਚਾ ਮੈਂ ਤੈਨੂੰ ਸੁਆਹ ਕਰ ਦਿਆਂਗਾ, ਫੂਕਾਂ ਮਾਰਨੀਆਂ ਸ਼ੁਰੂ ਕਰ ਦੇਣਗੇ। ਉਸੇ ਵੇਲੇ ਉਹ ਸਿਰ ਹਿਲਾਉਣਾ ਸ਼ੁਰੂ ਕਰ ਦੇਣਗੇ। ਪਖੰਡੀ ਇਕੱਲੇ ਨਹੀਂ, ਨਾਲ ਕ੍ਰੋਧੀ ਵੀ ਨੇ। ਕੱਲ ਜੋ ਕਹਿੰਦਾ ਇਹ ਵੀ ਨਿਸ਼ਾਨੀ ਹੈ ਕਿ ਜਿਹੜੇ ਪਖੰਡੀ ਲੋਕ ਨੇ ਉਹ ਵੀ ਮੈਂ ਕ੍ਰੋਧ ਤੇ ਚੜਾਏ ਹੋਏ ਨੇ। ਹਾਂਜੀ। ਲੇ ਕਰ ਸੰਗ ਸਹਾਇਕ ਸੋਊ, ਜਿਹ ਤੇ ਬੱਚੇ ਉਥਾਨ ਨਹਿ ਕੋਊ। ਇਸ ਕਰਕੇ ਜਿਹੜੇ ਆਪਣੇ ਨਾਲ ਲੈ ਕੇ ਤੁਰੇ ਨੇ, ਜੈ ਤੇ ਬਚਿਓ ਥਾਨ ਨਾ ਕੋ। ਕਹਿੰਦਾ ਪਰ ਥਾਂ ਕੋਈ ਨਹੀਂ ਛੱਡੀ ਮੈਂ। ਕੋਈ ਧਰਤੀ ਦੀ ਥਾਂ ਐਸੀ ਨਹੀਂ ਜਿੱਥੇ ਮੇਰਾ ਪਹਿਰਾ ਨਹੀਂ ਹੈ, ਮੇਰਾ ਬੋਲ ਬਾਲਾ ਨਹੀਂ ਹੈ, ਮੇਰਾ ਰਾਜ ਨਹੀਂ ਹੈ, ਮੇਰੀ ਫੌਜ ਦਾ ਜਿੱਥੇ ਇਹ ਕੰਟਰੋਲ ਨਹੀਂ ਹੈ। ਕਹਿੰਦਾ ਕੋਈ ਥਾਂ ਬਚੀ ਨਹੀਂ। ਹਾਂਜੀ। ਇਸ ਪ੍ਰਕਾਰ ਕੀ ਮਮ ਸਿਕਦਾਰੀ, ਸੁਨ ਸ਼੍ਰੀ ਨਾਨਕ ਗਿਰਾ ਉਚਾਰੀ। ਕਹਿਣ ਲੱਗਾ ਜੀ ਇਦਾਂ ਦਾ ਸਰਦਾਰ ਆ ਮੈਂ ਕਲਯੁਗ। ਅੱਗੇ ਫਿਰ ਸਤਿਗੁਰੂ ਜੀ ਨੇ ਇੱਕ ਬਚਨ ਉਚਾਰਿਆ ਹੈ। ਹਾਂਜੀ। ਸ਼੍ਰੀ ਮੁਖ ਵਾਕ ਜਿਸ ਸਿਕਦਾਰੀ ਤਿਸੈ ਖੁਵਾਰੀ, ਚਾਕਰ ਕੇ ਹੈ ਡਰਨਾ ਜਾਂ ਸਿਕਦਾਰੈ ਪਵੈ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਇਹ ਸ਼੍ਰੀ ਮੁਖ ਵਾਕ ਹੈ, ਗੁਰੂ ਕੀ ਬਾਣੀ ਦਾ ਸ਼ਬਦ ਹੈ। ਇੱਥੇ ਸਤਿਗੁਰੂ ਨੇ ਫਿਰ ਇਹ ਸ਼ਬਦ ਉਚਾਰਿਆ ਹੈ। ਹਾਂਜੀ। ਤੂੰ ਜੇ ਭਇਆ ਸਿਕਦਾਰ ਜਗ, ਹਮ ਚਾਕਰ ਕਰਤਾਰ। ਸਤਿਗੁਰੂ ਕਹਿਣ ਲੱਗੇ ਤੈਨੂੰ ਪਤਾ ਹੈ
ਕਿ ਜਿਹਦੀ ਸਿਕਦਾਰੀ ਹੁੰਦੀ ਖੁਆਰੀ ਵੀ ਉਸੇ ਦੀ ਹੁੰਦੀ ਹੈ। ਵੇਖੋ ਇਰਾਕ ਦੇ ਵਿੱਚ ਜੋ ਕੁਝ ਹੋਇਆ ਸਦਾਮ ਹੁਸੈਨ ਨਾਲ ਹੋਇਆ, ਜਾਂ ਜਿਹੜੇ ਉਹਦੇ ਮੁਖੀ ਸੀ ਉਹਨਾਂ ਨਾਲ ਹੋਇਆ, ਆਮ ਪ੍ਰਜਾ ਨੂੰ ਤਾਂ ਕੁਝ ਨਹੀਂ ਹੋਇਆ। ਗੁਦਾਫੀ ਨਾਲ ਹੋਇਆ, ਉਹਦੇ ਜਰਨੈਲਾਂ ਨਾਲ ਹੋਇਆ, ਉੱਥੋਂ ਦੇ ਆਮ ਆਵਾਮ ਦੇ ਨਾਲ ਤਾਂ ਕੁਝ ਵੀ ਨਹੀਂ ਹੋਇਆ। ਜਿਵੇਂ ਹੁਣ ਆਪਾਂ ਆਮ ਆਦਮੀ ਆ ਦਿੱਲੀ ਦੇ ਵਿੱਚ, ਕੀ ਫਰਕ ਪੈਂਦਾ ਹੈ? ਕਦੇ ਸ਼ੀਲਾ ਰਾਜ ਕਰਦੀ ਸੀ, ਹੁਣ ਕੇਜਰੀਵਾਲ ਕਰੀ ਜਾਂਦਾ, ਆਪਾਂ ਨੂੰ ਕੀ ਫਰਕ ਪੈਂਦਾ ਹੈ? ਫਰਕ ਪਿਆ ਜਿਹੜੇ ਚੌਧਰੀ ਸਨ। ਸ਼ੀਲਾ ਗਈ ਤੇ ਸ਼ੀਲਾ ਵਾਲੇ ਚੌਧਰੀ ਨਾਲ ਹੀ ਚਲੇ ਗਏ। ਹੁਣ ਅਗਲਾ ਹੋਰ ਕੋਈ ਚੌਧਰੀ ਆ ਗਿਆ, ਇਹ ਜਦੋਂ ਜਾਊਗਾ ਇਹਦੇ ਵੀ ਨਾਲ ਹੀ ਜਾਣਗੇ। ਫਰਕ ਉਹਨਾਂ ਨੂੰ ਪੈਂਦਾ ਹੈ, ਆਮ ਆਦਮੀ ਨੂੰ ਕੋਈ ਫਰਕ ਨਹੀਂ ਹੁੰਦਾ। ਪ੍ਰਜਾ ਨੂੰ ਕੀ ਫਰਕ ਪੈਂਦਾ ਹੈ? ਹਿੰਦੁਸਤਾਨ ਤੇ ਬਾਬਰ ਨੇ ਰਾਜ ਕੀਤਾ, ਜਾਂ ਕਿਸੇ ਅਬਦਾਲੀ ਨੇ ਕੀਤਾ, ਜਾਂ ਨਾਦਰ ਸ਼ਾਹ ਨੇ ਕੀਤਾ। ਆਮ ਵਿਅਕਤੀ ਠੀਕ ਹੈ ਉਹਨਾਂ ਦੇ ਹੁਕਮਾਂ ਵਿੱਚ ਪੀੜਤ ਹੋਇਆ, ਪਰ ਜਿਹੜੀਆਂ ਵੱਡੀਆਂ ਖੁਆਰੀਆਂ ਨੇ ਉਹ ਤੇ ਉਹਨਾਂ ਸਿਕਦਾਰਾਂ ਨੂੰ ਹੀ ਹੋਈਆਂ ਨੇ ਨਾ, ਕਿ ਜਿਸ ਸਿਕਦਾਰੀ ਤਿਸੇ ਖੁਆਰੀ ਤੇ ਚਾਕਰ ਕਿਹੇ ਡਰਨਾ। ਨੌਕਰਾਂ ਦਾ ਕੀ ਹੁੰਦਾ? ਪਰ ਇਹ ਜ਼ਰੂਰ ਯਾਦ ਰੱਖਣਾ, ਜਾ ਸਿਕਦਾਰੇ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ। ਇਹ ਜਦੋਂ ਵੱਡੇ ਵੱਡੇ ਮਰੇ ਨੇ, ਮਰੇ ਫਿਰ ਨੌਕਰਾਂ ਦੇ ਹੱਥੋਂ ਹੀ ਨੇ। ਸਤਿਗੁਰੂ ਕਹਿੰਦੇ ਜੇ ਤੂੰ ਸਿਕਦਾਰ ਹੈ ਤੇ ਇਹ ਚੇਤਾ ਰੱਖੀ ਕਿ ਜਗ ਹਮ ਚਾਕਰ ਕਰਤਾਰ। ਤੂੰ ਕਹਿੰਦਾ ਮੈਂ ਇਸ ਯੁੱਗ ਦਾ ਚੌਧਰੀ ਹਾਂ, ਤੇ ਸਤਿਗੁਰੂ ਕਹਿੰਦੇ ਫਿਰ ਅਸੀਂ ਇਸ ਯੁੱਗ ਦੇ ਮਾਲਕ ਪਰਮੇਸ਼ਰ ਦੇ ਇੱਕ ਸੇਵਾਦਾਰ ਹਾਂ, ਭਾਈ ਚਾਕਰ ਨੌਕਰ ਅਸੀਂ ਪਰਮਾਤਮਾ ਦੇ, ਵਾਹਿਗੁਰੂ ਦੇ। ਹਾਂਜੀ। ਜਬ ਤੂੰ ਲੇਖਾ ਦੇਹੇਂਗੋ ਹੋਵੈ ਬਸੀ ਹਮਾਰ। ਜਦੋਂ ਤੇਰਾ ਲੇਖਾ ਹੋਏਗਾ, ਜਦੋਂ ਰੱਬ ਦੀ ਬਾਰਗਾਹ ਵਿੱਚ ਤੂੰ ਹਿਸਾਬ ਕਿਤਾਬ ਦਵੇਂਗਾ, ਤੇ ਸਤਿਗੁਰੂ ਕਹਿੰਦੇ ਫਿਰ ਇਹ ਚੇਤਾ ਰੱਖੀ ਅਧੀਨ ਸਾਡੇ ਹੀ ਆਉਣਾ ਹੈ ਤੂੰ। ਕਿਉਂਕਿ ਜਿਹੜੇ ਵੱਡੇ ਵੱਡੇ ਚੌਧਰੀ ਹੁੰਦੇ ਨੇ, ਫਿਰ ਪਰਮਾਤਮਾ ਕੀ ਕਰਦਾ, ਉਹਨੂੰ ਫਿਰ ਨੌਕਰਾਂ ਦੇ ਗੁਲਾਮ ਬਣਾਉਂਦਾ ਹੈ। ਸੱਚੇ ਪਾਤਸ਼ਾਹ ਨੇ ਆਪ ਵੀ ਕੀਤਾ ਸੀ। ਜਦੋਂ ਪਟਨੇ ਗਏ ਤੇ ਜਿਹੜਾ ਸਾਲਸ ਰਾਏ ਜੌਹਰੀ ਸੀ, ਜਦੋਂ ਗੁਰੂ ਜੀ ਕੋਲ ਆਇਆ ਤੇ ਗੁਰੂ ਜੀ ਨੇ ਕਿਹਾ ਪਹਿਲਾਂ ਆਪਣੇ ਨੌਕਰ ਨੂੰ ਮੱਥਾ ਟੇਕ। ਅਧਰਿੜਕੇ ਨੂੰ ਮੱਥਾ ਟਕਵਾਇਆ ਸੀ। ਸਤਿਗੁਰੂ ਕਹਿੰਦੇ ਵੀ ਤੂੰ ਮੱਥੇ ਟਿਕਾਉਣੇ ਸਿੱਖੇ ਨੇ, ਸਜਦੇ ਕਰਾਉਣੇ ਸਿੱਖੇ ਨੇ, ਪਹਿਲਾਂ ਕਰਨਾ ਸਿੱਖ। ਕਿਸੇ ਨੂੰ ਆਪਣੇ ਤੋਂ ਵੱਡਾ ਮੰਨ ਕੇ ਤਾਂ ਵੇਖ, ਫਿਰ ਤੈਨੂੰ ਸਮਝ ਆਏਗੀ। ਤੂੰ ਹੁਕਮ ਕਰਨਾ ਸਿੱਖਿਆ, ਹੁਕਮ ਮੰਨਣ ਦੀ ਤੈਨੂੰ ਕੀ ਪਤਾ ਪਰਿਭਾਸ਼ਾ ਕੀ ਹੈ? ਹੁਕਮ ਨੂੰ ਮੰਨਣ ਦੀ ਕੀ ਵਿਧੀ ਜੁਗਤੀ ਹੈ? ਹੁਣ ਤੁਸੀਂ ਕਹੋ ਜੀ ਹੁਕਮ ਮੰਨਣ ਦਾ ਕੀ ਹੁੰਦਾ, ਤੁਸੀਂ ਹੁਕਮ ਕਰੋ ਮੈਂ ਹੁਣੇ ਮੰਨ ਲੈਣਾ। ਨਹੀਂ, ਹੁਕਮ ਮੰਨਣ ਵਾਸਤੇ ਆਪਣੇ ਪੂਰੇ ਸਿਸਟਮ ਨੂੰ ਬਦਲਣਾ ਪਏਗਾ। ਤੁਹਾਨੂੰ ਆਪਣੀ ਸੋਚ ਬਦਲਣੀ ਪਵੇਗੀ, ਆਪਣੇ ਜ਼ਿੰਦਗੀ ਦੇ ਢੰਗ ਤਰੀਕੇ ਨੂੰ ਬਦਲਣਾ ਪਵੇਗਾ। ਜਿਹੜੇ ਲੋਕ ਹੁਕਮ ਵਿੱਚ ਰਹਿੰਦੇ ਨੇ ਉਹਨਾਂ ਦੀ ਜੀਵਨ ਸ਼ੈਲੀ ਹੋਰ ਹੁੰਦੀ ਹੈ, ਜਿਹੜੇ ਹੁਕਮਰਾਨ ਹੁੰਦੇ ਨੇ ਹੋਰ ਹੁੰਦੇ ਨੇ। ਉਹ ਇੱਕ ਕਥਾਕਾਰ ਸੁਣਾਉਂਦੇ ਨੇ, ਹੁਣ ਗੱਲ ਕਿੰਨੀ ਕੁ ਠੀਕ ਹੈ ਤੇ ਵਾਹਿਗੁਰੂ ਜਾਣੇ, ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਭਾਈ ਲਹਿਣੇ ਦੇ ਘੋੜੇ ਦੀ ਵਾਗ ਫੜੀ ਹੈ, ਤੇ ਬਾਅਦ ਵਿੱਚ ਭਾਈ ਲਹਿਣੇ ਨੂੰ ਪਤਾ ਲੱਗਿਆ ਵੀ ਇਹ ਤਾਂ ਉਹੀ ਮੁਰਸ਼ਦ ਸੀ ਜਿਹਦੇ ਮੈਂ ਦਰਸ਼ਨ ਕਰਨ ਆਇਆ ਸੀ, ਤੇ ਗਲਤੀ ਮੇਰੇ ਤੋਂ ਹੋ ਗਈ ਹੈ ਵੀ ਇਹ ਘੋੜੇ ਦੀ ਵਾਗ ਫੜ ਕੇ ਅੱਗੇ ਤੁਰ ਰਿਹਾ ਸੀ, ਮੈਂ ਘੋੜੇ ਤੇ ਬੈਠਾ ਸੀ, ਤੇ ਘੋੜੇ ਤੋਂ ਉਤਰ ਕੇ ਕਹਿਣ ਲੱਗਾ ਜੀ ਪਹਿਲਾਂ ਮੇਰੀ ਭੁੱਲ ਮਾਫ ਕਰੋ। ਤੇ ਗੁਰੂ ਜੀ ਕਹਿਣ ਲੱਗੇ ਭਾਈ ਭੁੱਲ ਕਾਹਦੀ ਹੈ? ਜਿਹੜੇ ਲੈਣੇਦਾਰ ਹੁੰਦੇ ਨੇ ਉਹ ਘੋੜਿਆਂ ਤੇ ਚੜ੍ਹ ਕੇ ਹੀ ਆਉਂਦੇ ਨੇ, ਜਿਨ੍ਹਾਂ ਨੇ ਹੁਕਮ ਕਰਨੇ ਹੁੰਦੇ ਨੇ ਉਹ ਘੋੜਿਆਂ ਤੇ ਹੀ ਚੜ੍ਹਦੇ ਨੇ, ਜਿਨ੍ਹਾਂ ਹੁਕਮ ਮੰਨਣੇ ਹੁੰਦੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਘੋੜਿਆਂ ਦੇ ਸੁਪਨੇ ਵੀ ਨਹੀਂ ਆਉਂਦੇ। ਹੁਕਮ ਮੰਨਣ ਵਾਲੇ ਤੇ ਵਿਚਾਰੇ ਵੱਧ ਤੋਂ ਵੱਧ ਘੋੜਾ ਨਵਾ ਦੇਣਗੇ, ਖਰਖਰਾ ਫੇਰ ਦੇਣਗੇ, ਉਹਦੀ ਲਿੱਦ ਸੁੱਟ ਦੇਣਗੇ, ਉਹਨੂੰ ਦਾਣੇ ਪਾ ਦੇਣਗੇ। ਹੁਕਮ ਮੰਨਣ ਵਾਲਾ ਘੋੜੇ ਦੇ ਉੱਤੇ ਥੋੜ੍ਹਾ ਚੜ੍ਹਦਾ ਹੈ, ਘੋੜੇ ਦੇ ਥੱਲੇ ਆ ਕੇ ਤੇ ਭਾਵੇਂ ਮਰ ਜੇ, ਉਹ ਉੱਤੇ ਚੜ੍ਹ ਕੇ ਨਹੀਂ ਮਰਦਾ। ਹੁਕਮ ਕਰਨ ਵਾਲੇ ਔਰ ਹੁਕਮ ਮੰਨਣ ਵਾਲੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸਤਿਗੁਰਾਂ ਨੇ ਸਾਲਸ ਰਾਏ ਜੌਹਰੀ ਨੂੰ ਕਿਹਾ ਸੀ ਜਾ ਪਹਿਲਾਂ ਮੱਥਾ ਟੇਕ, ਤੈਨੂੰ ਫਿਰ ਪਤਾ ਲੱਗੇਗਾ ਕਿ ਤੂੰ ਚਾਹੁੰਦਾ ਕੀ ਹੈ ਤੇ ਤੂੰ ਮੰਗਦਾ ਕੀ ਹੈ।
ਤੇ ਤੈਨੂੰ ਮਿਲੇਗਾ ਕਿਵੇਂ? ਹਾਂਜੀ, ਸੁਣ ਕਲ ਜੁਗ ਕਰ ਬੰਦਤ ਭਇਓ, ਦੀਨ ਹੋਏ ਬੋਲਣ ਅਸ ਕਇਓ। ਹੁਣ ਉਸ ਕਲਯੁਗ ਨੇ ਦੀਨ ਹੋ ਕੇ ਗੁਰੂ ਨਾਨਕ ਸਾਹਿਬ ਦੇ ਸਨਮੁਖ ਬੇਨਤੀ ਕਰਨੀ ਸ਼ੁਰੂ ਕੀਤੀ। ਹਾਂਜੀ, ਇਸੀ ਹੇਤ ਮੈਂ ਤੁਮ ਢਿਗ ਆਇਓ, ਸ਼੍ਰੀ ਨਾਨਕ ਤੁਮ ਨਾਮ ਤਰਾਇਓ। ਕਹਿਣ ਲੱਗਾ ਜੀ ਮੈਂ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਤੁਹਾਡਾ ਨਾਂ ਸ਼੍ਰੀ ਨਾਨਕ ਹੈ, ਤੇ ਇਸ ਯੁੱਗ ਦੇ ਤੁਸੀਂ ਅਵਤਾਰ ਹੋ। ਇਹ ਜਿਹੜਾ ਯੁੱਗ ਚੱਲ ਰਿਹਾ ਹੈ, ਉਹ ਕਹਿੰਦੇ ਨੇ ਵੀ ਇਹ ਮੇਰਾ ਯੁੱਗ ਹੈ ਜੀ, ਕਲਯੁੱਗ ਦਾ। ਕਲਯੁੱਗ ਕਹਿੰਦਾ ਮੇਰਾ ਸਮਾਂ ਹੈ, ਪਰ ਇਸ ਸਮੇਂ ਦੇ ਅਵਤਾਰ ਤੁਸੀਂ ਹੋ। ਹਾਂਜੀ, ਪੈਗੰਬਰ ਤੁਸੀਂ ਹੋ। ਹਾਂਜੀ, ਤੁਮ ਕਰਤਾਰ ਵਿਖੇ ਨਹਿ ਭੇਵਾ, ਏਕ ਓੰਕਾਰ ਦੇਵ ਪਤ ਦੇਵਾ। ਤੁਹਾਡੇ ਵਿੱਚ ਤੇ ਏਕ ਓੰਕਾਰ ਵਿੱਚ ਕੋਈ ਫਰਕ ਨਹੀਂ ਹੈ। ਤੁਹਾਡੇ ਤੇ ਰੱਬ 'ਚ ਕੀ ਫਰਕ ਹੈ? ਕੋਈ ਭੇਦ ਹੈ ਹੀ ਨਹੀਂ। ਸਿਰਫ ਫਰਕ ਇੰਨਾ ਹੀ, ਇੱਕ ਨਿਰਗੁਣ ਇੱਕ ਸਰਗੁਣ ਹੈ। ਹਾਂਜੀ, ਭੇਟਾ ਲਿਹੋ ਕਿਰਤਾਰਥ ਕਰੀਏ, ਗੁਣੈ ਕੀਏ ਸਗਰੇ ਪਰ ਹਰੀਏ। ਸਤਿਗੁਰੂ ਦੀ ਬਾਣੀ ਨੇ ਫਿਰ ਉਸ ਤੋਂ ਅਗਲੀ ਗੱਲ ਸਾਨੂੰ ਸਮਝਾਈ ਹੈ ਕਿ ਨਿਰਗੁਣ ਆਪ, ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਇਹ ਉਹਦੀ ਕਲਾ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇਹ ਉਹਦੀ ਕਲਾ ਸੀ, ਉਹਦੀ ਸ਼ਕਤੀ ਸੀ। ਤੋ ਸਤਿਗੁਰੂ ਜੀ ਦੇ ਸਨਮੁਖ ਹੁਣ ਕਲਯੁਗ ਕੀ ਕਹਿੰਦਾ? ਕਹਿੰਦਾ ਜੀ ਤੁਮ ਕਰਤਾਰ ਵਿਖੇ ਨੈ ਭੇਵਾ, ਏਕ ਓੰਕਾਰ ਦੇਵ ਪਤ ਦੇਵਾ, ਭੇਟਾ ਲਿਹੋ ਕਿਰਤਾਰਥ ਕਰੀਏ। ਕਹਿਣ ਲੱਗਾ ਜੀ ਮੈਂ ਤੁਹਾਨੂੰ ਕੁਝ ਮੱਥਾ ਟੇਕਣਾ ਚਾਹੁੰਦਾ। ਗੁਣੇ ਕੀਏ ਸਗਰੇ ਪਰ ਹਰੀਏ। ਕਹਿਣ ਲੱਗਾ ਜਿਹੜੀਆਂ ਮੇਰੀਆਂ ਭੁੱਲਾਂ ਹੋਈਆਂ ਮਾਫ ਕਰ ਦਿਓ। ਜੋ ਮੇਰੇ ਤੋਂ ਬੋਲਿਆ ਗਿਆ, ਜੋ ਮੈਂ ਕੁਝ ਤੁਹਾਡੇ ਸਾਹਮਣੇ ਕੀਤਾ ਵਿਖਾਇਆ, ਮੈਨੂੰ ਮਾਫੀ ਦੇ ਦਿਓ, ਪਰ ਮੇਰੀ ਭੇਟਾ ਕਬੂਲ ਕਰੋ। ਮੈਂ ਤੁਹਾਨੂੰ ਕੁਝ ਮੱਥਾ ਟੇਕਣਾ ਚਾਹੁੰਦਾ। ਹਾਂਜੀ, ਕੰਚਨ ਮੰਦਰ ਸੁੰਦਰੰ, ਰਤਨ ਜੜੇ ਜਿਨ ਮਾਹੇ। ਕਹਿਣ ਲੱਗਾ ਜੀ ਮੇਰੇ ਕੋਲ ਮੰਦਰ ਨੇ, ਘਰ। ਮੰਦਰ ਦਾ ਅੱਖਰੀ ਅਰਥ ਜਿਹੜਾ ਹੈ ਨਾ, ਉਹ ਘਰ ਹੈ। ਇਹ ਠੀਕ ਹੈ ਕਿ ਅਸੀਂ ਮੰਦਰ ਹਿੰਦੂਆਂ ਦੇ ਧਰਮ ਸਥਾਨ ਨੂੰ ਕਹਿੰਦੇ ਆ, ਪਰ ਆਮ ਜਿਹੜਾ ਸਾਹਿਤ ਦੇ ਵਿੱਚ ਸ਼ਬਦ ਹੈ ਮੰਦਰ, ਉਹ ਘਰ ਦਾ ਲਖਾਇਕ ਹੈ। ਕਹਿਣ ਲੱਗਾ ਜੀ ਮੇਰੇ ਕੋਲ ਸੋਨੇ ਦੇ ਮੰਦਰ ਨੇ, ਬੜੇ ਸੁੰਦਰ ਨੇ, ਉਹਨਾਂ ਵਿੱਚ ਹੀਰੇ ਜੜੇ ਹੋਏ ਨੇ, ਉਹਨਾਂ ਦੇ ਵਿੱਚ ਮੋਤੀਆਂ ਦੀਆਂ ਮਾਲਾਂ ਨੇ, ਉਹਨਾਂ ਦੇ ਵਿੱਚ ਬੜੀਆਂ ਸੁੰਦਰ ਸੁਗੰਧੀਆਂ ਨੇ, ਖੁਸ਼ਬੂ ਨੇ, ਇਤਰ ਆਦਿਕ ਛਿੜਕੇ ਹੋਏ ਨੇ। ਹਾਂਜੀ, ਕਸਤੂਰੇ ਕੁੰਗੂ ਛਿਰਕਾਵੋ, ਚੰਦਨ ਕੇ ਸ਼ੁਭ ਲੇਪ ਕਰਾਵੋ। ਜੇ ਤੁਸੀਂ ਹੁਕਮ ਕਰੋ ਤੇ ਮੈਂ ਕਸਤੂਰੀ ਦੇ ਕੁੰਗੂ ਦੇ ਛਿੜਕਾਓ ਕਰਾ ਦਿਆਂ। ਜੇ ਤੁਸੀਂ ਹੁਕਮ ਕਰੋ ਤੇ ਮੈਂ ਚੰਦਨ ਦਾ ਲੇਪਣ ਕਰਾ ਦਿਆਂ। ਜਿਵੇਂ ਪੰਡਤ ਨੇ ਆਪਣੇ ਮੱਥੇ ਤੇ ਚੰਦਨ ਦਾ ਲੇਪਣ ਕੀਤਾ ਹੁੰਦਾ ਹੈ, ਕਾਹਦੇ ਲਈ? ਕਿ ਮੱਥਾ ਠੰਡਾ ਰਵੇ। ਜਦੋਂ ਆਪਾਂ ਕਹਿੰਦੇ ਮੈਨੂੰ ਬੁਖਾਰ ਹੈ, ਤੇ ਅਗਲਾ ਸਭ ਤੋਂ ਪਹਿਲਾਂ ਮੱਥੇ ਨੂੰ ਹੱਥ ਲਾ ਕੇ ਵੇਂਦਾ ਹੈ। ਅੱਜ ਕੱਲ੍ਹ ਵੀ ਉਹ ਮਸ਼ੀਨ ਵਾਲੇ ਮੱਥੇ ਨੂੰ ਹੀ ਲਾਉਂਦੇ ਨੇ, ਜਾਂ ਤੁਹਾਡੇ ਹੱਥ ਤੇ ਲਾ ਕੇ ਵੇਂਦੇ ਨੇ। ਔਰ ਇਹ ਬੜੀ ਵੱਡੀ ਵੈਦਗਿਰੀ ਹੈ ਕਿ ਜਿਸ ਵਿਅਕਤੀ ਦਾ ਸਿਰ ਗਰਮ ਨਹੀਂ ਹੈ, ਉਹ ਵਿਅਕਤੀ ਬਿਲਕੁਲ ਠੀਕ ਹੈ। ਹੋਣਾ ਇਸੇ ਤਰ੍ਹਾਂ ਹੀ ਚਾਹੀਦਾ। ਪੈਰ ਗਰਮ, ਪੇਟ ਨਰਮ ਤੇ ਸਿਰ ਠੰਡਾ। ਘਰ ਵਿੱਚ ਆਵੇ ਵੈਦ ਤੇ ਸਿਰ 'ਚ ਮਾਰੋ ਡੰਡਾ। ਜਦੋਂ ਪੈਰ ਠੰਡੇ ਹੋ ਜਾਣ, ਸਮਝ ਲਓ ਹੁਣ ਬੰਦਾ ਮਰਨ ਲੱਗਾ ਹੈ। ਜਿੰਨੀ ਮਰਜ਼ੀ ਠੰਡ ਹੋਵੇ, ਤੁਸੀਂ ਗਰਮ ਜਰਾਬਾਂ ਪਾ ਲਓ, ਗਰਮ ਬੂਟ ਪਾ ਲਓ, ਤੁਹਾਨੂੰ ਕੁਝ ਨਹੀਂ ਹੁੰਦਾ।
ਗਰਮੀ ਜਦੋਂ ਵੀ ਅਸਰ ਕਰਦੀ ਸਿਰ ਤੇ ਕਰਦੀ ਹੈ, ਠੰਡ ਜਦੋਂ ਵੀ ਅਸਰ ਕਰਦੀ ਉਹ ਪੈਰਾਂ ਤੇ ਕਰਦੀ ਹੈ। ਜਦੋਂ ਠੰਡ ਬਹੁਤ ਹੋਵੇ, ਕਦੇ ਸੁਣਿਆ ਕਿਸੇ ਦਾ ਸਿਰ ਸੁੰਨ ਹੋ ਗਿਆ? ਨਾ, ਉਹ ਕਹਿੰਦਾ ਮੇਰੇ ਪੈਰ ਸੁੰਨ ਹੋ ਗਏ ਨੇ। ਸਭ ਤੋਂ ਪਹਿਲਾਂ ਪੈਰ ਸੁੰਨ ਹੁੰਦੇ ਨੇ। ਹੁਣ ਇਹ ਕਲਯੁਗ ਕਹਿੰਦਾ ਜੀ ਮੈਂ ਚੰਦਨ ਦੇ ਕਹੋ ਤੇ ਲੇਪ ਕਰਾ ਦਿਆਂ, ਕਿਉਂਕਿ ਪੰਡਤ ਲੋਕ ਕਰਦੇ ਨੇ, ਪੇਟ ਤੇ ਵੀ ਚੰਦਨ ਮਲ ਲੈਂਦੇ ਨੇ, ਸਿਰ ਮੱਥੇ ਤੇ ਵੀ ਮਲ ਲੈਂਦੇ ਨੇ। ਅਸਲ ਗੱਲ ਇੰਨਾ ਹੀ ਹੁੰਦੀ ਕਿ ਉਹ ਠੰਡਾ ਰਵੇ, ਕਿਉਂਕਿ ਜੇਠ ਰਗਣੀ ਵੀ ਬੜੀ ਦੁਖਦਾਈ ਹੈ, ਅਗਰ ਵੱਧ ਜਾਏ ਤਾਂ। ਇਹ ਹੁਣ ਸਤਿਗੁਰੂ ਜੀ ਨੂੰ ਭੇਟਾ ਦੇਣੀ ਚਾਹੁੰਦਾ ਹੈ ਕਿ ਮਹਾਰਾਜ ਮੇਰੇ ਕੋਲੇ ਬੜੇ ਸੋਨੇ ਦੇ ਮੰਦਰ ਨੇ, ਘਰ ਨੇ, ਹੀਰੇ ਮੋਤੀ ਜੜੇ ਨੇ, ਅਤ ਸੁੰਦਰ ਕੀਮਤੀ ਉੱਥੇ ਸੁਗੰਧੀਆਂ ਨੇ। ਹਾਂਜੀ, ਬੈਸਤ ਹੀ ਮਨ ਹੋਤ ਹੁਲਾਸਾ, ਇਸ ਪ੍ਰਕਾਰ ਕੇ ਰੁਚਿਰ ਅਵਾਸਾ। ਉਹਦੇ ਵਿੱਚ, ਘਰ ਦੇ ਵਿੱਚ ਬੈਠੀਏ ਤੇ ਹੁਲਾਸ ਪੈਦਾ ਹੁੰਦਾ ਹੈ, ਚਾਉ ਪੈਦਾ ਹੁੰਦਾ ਹੈ, ਉਮੰਗ ਪੈਦਾ ਹੁੰਦੀ ਹੈ। ਮਨੁੱਖ ਦੇ ਮਨ ਵਿੱਚ ਮਲਾਲ ਨਹੀਂ ਆਉਂਦਾ, ਹੁਲਾਸ ਆਉਂਦਾ ਹੈ, ਖੁਸ਼ੀ ਆਉਂਦੀ ਹੈ, ਗਮੀ ਨਹੀਂ ਆਉਂਦੀ, ਅਫਸੋਸ ਨਹੀਂ ਹੁੰਦਾ। ਉੱਥੇ ਬੈਠਿਆ ਮਨ ਢਹਿੰਦੀ ਕਲਾ ਵਿੱਚ ਨਹੀਂ ਜਾਂਦਾ। ਇੱਦਾਂ ਦੇ ਮੇਰੇ ਕੋਲ ਸੁੰਦਰ ਘਰ ਨੇ, ਜੇ ਹੁਕਮ ਕਰੋ ਤੇ ਮੈਂ ਭੇਟਾ ਕਰਾਂ। ਹਾਂਜੀ, ਚਲੋ ਅਬੇ ਤਿਨ ਮੰਦਰ ਮਾਹੀ, ਤੁਮ ਇੱਛਾ ਜੇ ਲਿਆਵੋ ਇਹਾਹੀ। ਚਲੋ ਅਬੇ ਤਿੰਨ ਮੰਦਰ ਮਾਹੀ, ਕਹਿਣ ਲੱਗਾ ਜੀ ਹੁਣੇ ਮੇਰੇ ਨਾਲ ਚੱਲੋ, ਮੈਂ ਤੁਹਾਡੀ ਸੇਵਾ ਦੇ ਵਿੱਚ ਭੇਟਾ ਕਰਨਾ ਚਾਹੁੰਦਾ। ਤੁਮ ਇੱਛੋ ਜੇ ਲਿਆਓ ਇਹਾਂ ਹੀ, ਕਹਿਣ ਲੱਗਾ ਜੇ ਤੁਸੀਂ ਕਹੋ ਜੀ ਅਸੀਂ ਉੱਥੇ ਨਹੀਂ ਜਾਣਾ, ਤੇ ਕਹਿੰਦਾ ਮੈਂ ਇੱਥੇ ਲੈ ਆਉਣਾ, ਇਹ ਨਹੀਂ ਤਾਕਤ ਹੈ ਮੇਰੇ ਕੋਲ, ਹੁਣੇ ਬਣਾ ਦਿਆਂਗਾ ਇੱਥੇ, ਜਿਹੋ ਜਿਹਾ ਕਹੋਗੇ ਉਹੋ ਜਿਹਾ ਬਣਾ ਦਿਆਂਗਾ। ਹਾਂਜੀ, ਲਿਹੋ ਉਪਾਇਨ ਇਹ ਗੁਣ ਖਾਨੀ, ਸੁਨ ਸ਼੍ਰੀ ਨਾਨਕ ਉਚਰੀ ਬਾਣੀ। ਗੁਰੂ ਨਾਨਕ ਦੇ ਪਿਤਾ ਜੀ ਨੇ ਸੁਣਿਆ ਤੇ ਫਿਰ ਬਾਣੀ ਉਚਾਰੀ ਹੈ। ਇਹ ਸ਼੍ਰੀ ਰਾਗ ਦਾ ਪਹਿਲਾ ਸ਼ਬਦ ਹੈ। ਹਾਂਜੀ, ਏਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ। ਮੋਤੀ ਤਾਂ ਮੰਦਰ ਊਸਰੈ, ਰਤਨੀ ਤਾਹੁ ਹੈ ਜੜਾਊ। ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੈ ਚਾਉ। ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨ ਆਵੈ ਨਾਉ। ਰਾਗ ਵੀ ਪਹਿਲਾ ਹੈ ਤੇ ਮਹੱਲਾ ਵੀ ਪਹਿਲਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਹੈ, ਪਹਿਲੇ ਗੁਰੂ ਦਾ ਪਹਿਲਾ ਸ਼ਬਦ ਹੈ, ਤੇ ਇਹਨੂੰ ਗਾਉਣਾ ਵੀ ਪਹਿਲੇ ਘਰ ਵਿੱਚ ਹੈ। ਇਹ ਵੀ ਸਤਿਗੁਰੂ ਜੀ ਨੇ ਨਾਲ ਹਦਾਇਤ ਕੀਤੀ ਹੈ। ਆਖਿਆ ਭਾਈ ਮੋਤੀਆਂ ਦੇ ਮੰਦਰ ਹੋਣ, ਉਹਦੇ ਵਿੱਚ ਰਤਨ ਜੜੇ ਹੋਣ, ਉਹਦੇ ਵਿੱਚ ਕਸਤੂਰ ਕੁੰਗੂ ਅਗਰ ਚੰਦਨ, ਇਹ ਜਿਹੜੀਆਂ ਸੁਗੰਧੀ ਵਾਲੀਆਂ ਚੀਜ਼ਾਂ ਨੇ, ਇਹਨਾਂ ਦੇ ਬੇਸ਼ੱਕ ਛਿੜਕਾਓ ਕੀਤੇ ਹੋਣ, ਬੇਸ਼ੱਕ ਉੱਥੇ ਲੇਪਣ ਕੀਤੇ ਹੋਣ। ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੇ ਨਾ। ਪਰ ਹੇ ਪ੍ਰਮਾਤਮਾ, ਮਤਾ ਇਹ ਚੀਜ਼ਾਂ ਵੇਖ ਮੈਂ ਤੈਨੂੰ ਭੁੱਲ ਜਾਵਾਂ, ਤੇ ਮੈਨੂੰ ਤੇਰੀ ਮੁੜ ਕੇ ਯਾਦ ਹੀ ਨਾ ਆਵੇ, ਤੇਰਾ ਨਾਂ ਹੀ ਨਾ ਚੇਤੇ ਵਿੱਚ ਆਵੇ। ਹਾਂਜੀ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਓ। ਹਰੀ ਪ੍ਰਮਾਤਮਾ ਤੋਂ ਬਿਨਾ ਇਹ ਜੀਓ ਸੜ ਬਲਦਾ ਹੈ, ਇਹ ਸੜ ਕੇ ਸੁਆਹ ਹੋ ਜਾਂਦਾ ਹੈ। ਕਹਿੰਦੇ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖਿਆ, ਗੁਰੂ
ਦੇ ਦੱਸਿਆ ਕਿ ਉਸ ਹਰੀ ਪਰਮਾਤਮਾ ਤੋਂ ਬਿਨਾ ਕੋਈ ਥਾਂ ਹੈ ਹੀ ਨਹੀਂ, ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਮਨੁੱਖ ਰਹਿ ਸਕਦਾ ਹੋਵੇ। ਹਾਂਜੀ, ਉਨ ਕਲ ਜੁਗ ਬੋਲਤ ਪਇਓ, ਜੇ ਤੁਮ ਲਹੋ ਨਾ ਇਹ। ਹੁਣ ਕਲਯੁਗ ਕਹਿੰਦਾ ਹੈ ਕਿ ਮਹਾਰਾਜ ਜੇ ਤੁਸੀਂ ਇਹ ਭੇਟਾ ਨਹੀਂ ਲੈਣੀ ਤੇ ਮੈਂ ਫਿਰ ਕੋਈ ਹੋਰ ਭੇਟਾ ਦਾ ਪ੍ਰਬੰਧ ਕਰਾਂ। ਦੇਵਾ ਗਨ ਸ਼ੁਭ ਲੀਜੀਐ, ਜਿਨ ਅਤ ਸੁੰਦਰ ਦੇਹ। ਕਹਿਣ ਲੱਗਾ ਜੀ ਸੋਹਣੀਆਂ ਸੋਹਣੀਆਂ ਪਛਰਾ ਲੈ ਕੇ ਆਵਾਂ, ਕੋਈ ਐਸੀਆਂ ਦੇਵਾਗਣ ਇਸਤਰੀਆਂ ਲੈ ਕੇ ਆਵਾਂ ਜਿਹੜੀਆਂ ਦੇਵਤਿਆਂ ਨੂੰ ਪ੍ਰਸੰਨ ਕਰਦੀਆਂ ਨੇ। ਹਾਂਜੀ, ਜਿਨ ਅਤ ਸੁੰਦਰ ਦੇਹ ਕਰੋ, ਰਸ ਰੀਤ ਬਿਹਾਰਾ। ਜਿਹੜੇ ਜਿਨ੍ਹਾਂ ਦੇ ਸਰੀਰ ਸੁੰਦਰ ਨੇ, ਜਿਨ੍ਹਾਂ ਦੇ ਰਸ ਤੋਂ ਦੁਨੀਆ ਦਾ ਵਿਹਾਰ ਚੱਲਦਾ ਹੈ। ਹਾਂਜੀ, ਸੁੰਦਰ ਜਹ ਪਰ ਅੰਕ ਲਾਲ, ਜੜਤੀ ਜਿਨ ਚਾਰਾ। ਫਿਰ ਜਿਵੇਂ ਆਪਾਂ ਘਰ ਦਾ ਫਰਨੀਚਰ ਗਿਣਦੇ ਆ, ਕਲਯੁਗ ਨੇ ਸਮਾਨ ਗਿਣਨਾ ਸ਼ੁਰੂ ਕਰ ਦਿੱਤਾ। ਪਹਿਲਾਂ ਸੁੰਦਰ ਇਸਤਰੀਆਂ ਦਾ ਜ਼ਿਕਰ ਕੀਤਾ, ਫਿਰ ਕਹਿੰਦਾ ਜੀ ਜੇ ਹੁਕਮ ਕਰੋ ਤੇ ਮੈਂ ਪਲੰਗ ਲੈ ਕੇ ਆਵਾਂ ਜਿਨ੍ਹਾਂ ਦੇ ਵਿੱਚ ਲਾਲ ਜੜੇ ਹੋਣ। ਹਾਂਜੀ, ਕਿਤਕ ਕਾਲ ਤਿਨ ਮਹਿ ਰਹੋ, ਲੇਹੋ ਭੇਟ ਗੁਣ ਖਾਨ। ਕਹਿਣ ਲੱਗਾ ਜੀ ਮੇਰੀ ਭੇਟਾ ਇਹ ਲੈ ਲਓ ਤੇ ਕੁਝ ਸਮਾਂ ਇਹੋ ਜੀ ਥਾਂ ਤੇ ਰਵੋ, ਮੁੜ ਕੇ ਜਿਸ ਪਾਸੇ ਮੌਜ ਆਏਗੀ ਚਲੇ ਜਾਣਾ। ਹਾਂਜੀ, ਸੁਨ ਸ਼੍ਰੀ ਨਾਨਕ ਜੀ ਤਬੇ, ਕੀਨੇ ਬਚਨ ਬਖਾਨ। ਤਦੋਂ ਸਤਿਗੁਰੂ ਜੀ ਨੇ ਇਸ ਸ਼ਬਦ ਦਾ ਫਿਰ ਦੂਸਰਾ ਬੰਦ ਜਿਹੜਾ ਹੈ, ਇਹ ਗੁਰਬਾਣੀ ਹੈ, ਦੂਜਾ ਬੰਦ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਹਾਂਜੀ, ਧਰਤੀ ਤਾਹੀ ਰਹੇ ਲਾਲ ਜੜਤੀ, ਪਲੰਗ ਲਾਲ ਜੜਾਓ। ਸਤਿਗੁਰੂ ਕਹਿੰਦੇ ਭਾਈ ਇਹ ਜਿਹੜੀ ਧਰਤੀ ਹੈ ਇਹਦੇ ਵਿੱਚ ਭਾਵੇਂ ਹੀਰੇ ਲਾਲ ਜੜ ਦਿੱਤੇ ਜਾਣ, ਪਲੰਗਾਂ ਵਿੱਚ ਲਾਲ ਜੜ ਦਿੱਤੇ ਜਾਣ। ਹਾਂਜੀ, ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ। ਇਹ ਜਿਹੜੀ ਮੋਹਣੀ ਹੈ, ਮਾਇਆ ਜਿਹੜੀ ਹੈ, ਇਹ ਆਪਣੇ ਅਨੇਕਾਂ ਰੰਗ ਪਤਿਆਉਣ ਵਾਲੇ ਭਾਵੇਂ ਪ੍ਰਗਟ ਕਰੇ। ਹਾਂਜੀ, ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨਾ ਆਵੇ ਨਾਉ। ਪਰ ਹੇ ਪ੍ਰਮਾਤਮਾ ਮੈਂ ਮਤਾਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਭੁੱਲ ਜਾਵਾਂ ਔਰ ਤੇਰਾ ਨਾਮ ਮੈਨੂੰ ਮੁੜ ਕੇ ਚੇਤੇ ਹੀ ਨਾ ਆਵੇ। ਬੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਭੁੱਲ ਗਏ, ਫਿਰ ਕਦੇ ਕਦੇ ਬੈਠੇ ਤੇ ਚੇਤੇ ਆ ਗਈਆਂ, ਪਰ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਵਿਸਰ ਹੀ ਗਈਆਂ ਨੇ, ਕਦੇ ਮੁੜ ਕੇ ਆਈਆਂ ਹੀ ਨਹੀਂ। ਹੋ ਸਕਦਾ ਕਦੇ ਕਦੇ ਤੁਹਾਡੇ ਨਾਲ ਕੋਈ ਐਸੀ ਘਟਨਾ ਵਾਪਰੀ ਹੋਵੇ ਕਿ ਕੋਈ ਆਦਮੀ ਆ ਕੇ ਪੈਸੇ ਦਵੇ ਤੇ ਤੁਸੀਂ ਉਹ ਕਵੇ ਕਿ ਮੈਂ ਤੁਹਾਡੇ ਤੋਂ ਲੈ ਸੀ, ਤੇ ਤੁਸੀਂ ਕਈ ਮਹੀਨੇ ਡਿਸਟਰਬ ਰਵੋ ਵੀ ਮੈਨੂੰ ਤੇ ਚੇਤਾ ਵੀ ਨਹੀਂ ਮੈਂ ਦਿੱਤੇ ਕਦੋਂ ਸੀ ਇਹਨੂੰ। ਇਹੋ ਜਿਹੀਆਂ ਘਟਨਾਵਾਂ ਤੁਹਾਡੇ ਨਾਲ ਹੋਣਗੀਆਂ। ਕੋਈ ਆਦਮੀ ਮਿਲ ਜਾਂਦਾ ਹੈ ਕਿ ਮੈਂ ਜੀ ਤੁਹਾਨੂੰ 35-40 ਸਾਲ ਪਹਿਲਾਂ ਮਿਲਿਆ ਸੀ, ਤੁਸੀਂ ਮੇਰੀ ਮਦਦ ਕੀਤੀ ਸੀ, ਤੁਸੀਂ ਕਹੋਗੇ ਮੈਨੂੰ ਚੇਤੇ ਨਹੀਂ ਹੈ। ਚੇਤੇ ਦੀ ਗੱਲ ਉਹ ਹੈ ਜਿਹੜੀ ਕਦੇ ਮੁੜ ਕੇ ਵਾਪਸ ਹੀ ਨਹੀਂ ਆਉਂਦੀ। ਵੀ ਪ੍ਰਮਾਤਮਾ ਐਸਾ ਨਾ ਹੋਵੇ ਕਿ ਤੇਰਾ ਚਿੱਤ ਨਾ ਆਵੇ, ਨਾ ਹੋ ਮੁੜ ਕੇ ਚੇਤਾ ਹੀ ਨਾ ਆਵੇ ਤੇਰੇ ਨਾਂ ਦਾ ਵੀ ਰੱਬ ਵੀ ਕੋਈ ਹੈਗਾ। ਤੇ ਜਿਨ੍ਹਾਂ ਦੀ ਹਾਲਤ ਉਹੀ ਕਹਿੰਦੇ ਨੇ ਕਿਹੜਾ ਰੱਬ, ਕੌਣ ਰੱਬ, ਕਿੱਥੇ ਰੱਬ। ਉਹੀ ਇਦਾਂ ਦੀ ਬੋਲੀ ਬੋਲਦੇ ਨੇ ਵੀ ਰੱਬ ਨੇੜੇ ਹੈ ਕਿ ਘਸੋਨਾ, ਨਹੀਂ ਤੇ ਆਮ ਆਦਮੀ ਤੇ ਨਹੀਂ ਬੋਲ ਸਕਦਾ। ਉਹਨੂੰ ਤੇ ਪਤਾ ਵੀ ਰੱਬ ਹੀ ਨੇੜੇ, ਘਸੋਨ ਤੇ ਵਿਚਾਰੇ ਦੀ ਕੀ ਸ਼ਕਤੀ ਹੈ। ਧਰਮੀ ਆਦਮੀ ਨੂੰ ਪਤਾ ਹੈ, ਕਹੋ ਰਵਿਦਾਸ ਹਾਥ ਪੈ ਨੇਰੇ, ਸਹਜੇ ਹੋਏ ਸੋ ਹੋਈ। ਰੱਬ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਹਾਂਜੀ, ਕਲ ਜੁਗ ਬਹੁਰੋ ਬੋਲਿਓ,
ਇਨ ਕੀ ਚਾਹ ਜੇ ਨਾਹੇ। ਹੁਣ ਕਲਯੁਗ ਕਹਿੰਦਾ ਮਹਾਰਾਜ ਜੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਤੇ ਹੋਰ ਬੇਨਤੀ ਕਰਾਂ। ਹਾਂਜੀ। ਨਵ ਨਿਦਾਂ ਤੁਮ ਲੀਜੀਐ ਸਿੱਧ 18 ਚਾਹੇ। ਕਹਿਣ ਲੱਗਾ ਜੀ 9 ਨਿਧੀਆਂ 18 ਸਿੱਧੀਆਂ ਮੈਂ ਇਹ ਵਸਤਾਂ ਲੈ ਕੇ ਆਵਾਂ, ਇਹ ਤੁਹਾਡੀ ਭੇਟਾ ਰੱਖਾਂ। ਹਾਂਜੀ। ਸਿੱਧ 18 ਚਾਹੇ ਗੁਪਤ ਪ੍ਰਗਟ ਸੋ ਕਾਰਨ। ਇਹ 18 ਸਿੱਧੀਆਂ ਜਿਹੜੀਆਂ ਨੇ ਇਹ ਗੁਪਤ ਪ੍ਰਗਟ ਜਿਵੇਂ ਕਹੋ ਉਵੇਂ ਹੀ ਵਰਤਣਗੀਆਂ। ਹਾਂਜੀ। ਜੈ ਚਾਹੋ ਤੈ ਫਿਰੋ ਸੁਖੀ ਤੁਮ ਕੋ ਹਟ ਕਾਰਨਾ। ਜੈ ਚਾਹੋ ਤੈ ਫਿਰੋ ਸੁਖੀ। ਇਹਦੇ ਨਾਲ ਫਿਰ ਕੀ ਹੋਏਗਾ? ਜਿੱਥੇ ਦਿਲ ਕਰੇ ਗੁਪਤ ਹੋ ਜਾਇਓ, ਪ੍ਰਗਟ ਹੋ ਜਾਇਓ, ਉੱਡ ਜਾਇਓ। ਸਾਰੀਆਂ ਸ਼ਕਤੀਆਂ ਕਲਯੁਗ ਕਹਿੰਦਾ ਜੀ ਮੈਂ ਤੁਹਾਡੇ ਅੱਗੇ ਭੇਟਾ ਕਰ ਦਿੰਦਾ। ਜਿੱਥੇ ਦਿਲ ਕਰੇ ਉੱਥੇ ਚਲੇ ਜਾਣਾ, ਕੋਈ ਤੁਹਾਨੂੰ ਰੋਕ ਹੀ ਨਹੀਂ ਸਕੇਗਾ। ਜਦੋਂ ਮਰਜ਼ੀ ਅਦ੍ਰਿਸ਼ਟ ਹੋ ਕੇ ਬਹਿ ਜਾਣਾ, ਸਾਹਮਣੇ ਬੈਠੇ ਬੰਦੇ ਨੂੰ ਤੁਸੀਂ ਨਜ਼ਰ ਹੀ ਨਹੀਂ ਆਓਗੇ। ਅੱਜ ਸਰਬ ਲੋਕ ਤੁਮ ਤੇ ਡਰੈ ਪੂਜੇ ਪਦ ਚਿਤ ਲਾਏ। ਸਭ ਦੁਨੀਆ ਤੁਹਾਡੇ ਤੋਂ ਡਰੇਗੀ। ਹਰ ਬੰਦਾ ਤੁਹਾਡੇ ਪੈਰਾਂ ਦੀ ਚਰਨਾਂ ਦੀ ਪੂਜਾ ਕਰੇਗਾ। ਹਾਂਜੀ। ਭੇਟ ਲਿਹੋ ਮਮ ਦਿਸ਼ਾ ਤੇ ਸੁਣ ਬੋਲੇ ਗਤ ਦਾਏ। ਕਹਿਣ ਲੱਗਾ ਜੀ ਮੇਰੇ ਤੋਂ ਭੇਟਾ ਲੈ ਲਓ। ਗੁਰੂ ਜੀ ਨੇ ਫਿਰ ਉਸ ਸ਼ਬਦ ਦਾ ਤੀਸਰਾ ਬੰਦ ਉਚਾਰਿਆ। ਹਾਂਜੀ। ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾਂ ਆਵੋ। ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਪਾਓ। ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨ ਆਵੈ ਨਾਉ। ਸਤਿਗੁਰੂ ਕਹਿਣ ਲੱਗੇ ਨਹੀਂ, ਮੈਂ ਨਹੀਂ ਚਾਹੁੰਦਾ ਕਿ ਇਹਨਾਂ ਚੀਜ਼ਾਂ ਨੂੰ ਵੇਖ ਕੇ ਮੈਂ ਰੱਬ ਨੂੰ ਭੁੱਲ ਜਾਵਾਂ। ਐਸਾ ਭੁੱਲਾਂ, ਐਸਾ ਭੁੱਲਾਂ, ਐਸਾ ਭੁੱਲਾਂ ਕਿ ਮੁੜ ਕੇ ਮੈਨੂੰ ਕਦੇ ਉਹਦਾ ਨਾਂ ਚੇਤੇ ਹੀ ਨਾ ਆਵੇ। ਤੁਹਾਡੇ ਬੜੇ ਸਕੇ ਸੰਬੰਧੀ, ਰਿਸ਼ਤੇਦਾਰ, ਦੋਸਤ, ਮਿੱਤਰ ਐਸੇ ਹੋਣਗੇ। ਸਮਾਂ ਪਾ ਕੇ ਇੱਕ ਵਕਤ ਐਸਾ ਆਏਗਾ ਕਿ ਆਪਾਂ ਇੱਕ ਦੂਜੇ ਨੂੰ ਪੁੱਛਦੇ ਭਲਾ ਉਹਦਾ ਕੀ ਨਾਂ ਸੀ? ਉਹ ਕਹਿੰਦਾ ਨਾਂ ਤੇ ਮੈਨੂੰ ਵੀ ਨਹੀਂ ਚੇਤੇ। ਇੱਕ ਵਕਤ ਐਸਾ ਵੀ ਆਉਂਦਾ ਹੈ ਕਿ ਜਦੋਂ ਤੁਸੀਂ ਕਿਸੇ ਆਪਣੇ ਦਾ ਨਾਂ ਲੱਭਦੇ ਹੋ ਤੇ ਨਾਂ ਹੀ ਨਹੀਂ ਲੱਭਦਾ। ਸਤਿਗੁਰੂ ਕਹਿੰਦੇ ਮੈਂ ਇਸ ਤਰ੍ਹਾਂ ਨਹੀਂ ਭੁੱਲਣਾ ਚਾਹੁੰਦਾ ਕਿ ਮੁੜ ਕੇ ਮੈਨੂੰ ਕਦੇ ਰੱਬ ਦਾ ਨਾਂ ਚੇਤੇ ਹੀ ਨਾ ਆਵੇ। ਭੁੱਲ ਜਾਣਾ ਇਹ ਰੋਜ਼ ਦੀ ਪ੍ਰਕਿਰਿਆ ਹੈ, ਪਰ ਮੁੜ ਕੇ ਚੇਤੇ ਵਿੱਚ ਨਾ ਆਉਣਾ ਇਹ ਬੜਾ ਰੇਅਰ ਹੁੰਦਾ, ਬਹੁਤ ਘੱਟ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਨਾ ਮੈਨੂੰ ਸਿੱਧਾ ਚਾਹੀਦੀਆਂ ਨੇ, ਨਾ ਰਿੱਧਾਂ ਚਾਹੀਦੀਆਂ ਨੇ, ਨਾ ਗੁਪਤ ਪ੍ਰਗਟ ਹੋਣ ਦੀ ਮੇਰੀ ਕੋਈ ਇੱਛਾ ਹੈ। ਮੇਰੀ ਇੱਛਾ ਤੇ ਸਿਰਫ ਇੱਕ ਹੀ ਹੈ ਕਿ ਮੈਨੂੰ ਪਰਮਾਤਮਾ ਚਿੱਤ ਆਉਣਾ ਚਾਹੀਦਾ ਹੈ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ